ਧੰਨ ਵਾਹਿਗੁਰੂ ਸਾਹਿਬ ਜੀਓ। ਹਮ ਸਰ ਦੀਨ ਦਇਆਲ ਨਾ ਤੁਮ ਸਰ, ਅਬ ਪਤਿਆਰ ਕਿਆ ਕੀਜੈ। ਬਚਨੀ ਤੋਰ ਮੋਰ ਮਨ ਮਾਨੈ, ਜਨ ਕੋ ਪੂਰਨ ਦੀਜੈ। ਹਉ ਬਲ ਬਲ ਜਾਉ ਰਮਈਆ ਕਰਨੇ, ਕਾਰਨ ਕਵਨ ਅਬੋਲ। ਬਹੁਤ ਜਨਮ ਬਿਛਰੇ ਥੇ ਮਾਧੋ, ਇਹੋ ਜਨਮ ਤੁਮਾਰੇ ਲੇਖੇ। ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਕਹਿ ਰਵਿਦਾਸ ਆਸ ਲਗ ਜੀਵਾ, ਚਿਰ ਭਇਓ ਦਰਸ਼ਨ ਦੇਖੇ। ਵਾਹਿਗੁਰੂ ਸਾਹਿਬ ਜੀਓ। ਇਕ ਓੰਕਾਰ ਸਤਿਨਾਮ ਕਰਤਾ ਪੁਰਖ, ਨਿਰਭਉ ਨਿਰਵੈਰ। ਅਕਾਲ ਮੂਰਤ ਅਜੂਨੀ ਸੈਭੰ, ਗੁਰ ਪ੍ਰਸਾਦ। ਸਵਈਏ ਸ੍ਰੀ ਮੁਖ ਬਾਕ ਮਹੱਲਾ ਪੰਜਵਾ। ਆਦਿ ਪੁਰਖ ਕਰਤਾਰ, ਕਰਨ ਕਾਰਨ ਸਭ ਆਪੇ। ਸਰਬ ਰਹਿਓ ਭਰਪੂਰ, ਸਗਲ ਘਟ ਰਹਿਓ ਬਿਆਪੇ। ਵਿਆਪਤ ਦੇਖੀਏ ਜਗਤ, ਜਾਣੈ ਕੌਣ ਤੇਰੀ ਗਤ। ਸਰਬ ਕੀ ਰਖਿਆ ਕਰੈ, ਆਪੇ ਹਰਿ ਪਤ। ਅਵਿਨਾਸੀ ਅਵਗਤ, ਆਪੇ ਆਪ ਉਤਪਤ। ਏਕੈ ਤੂ ਹੀ ਏਕੈ, ਅਨ ਨਾਹੀ ਤੁਮ ਭਤ। ਹਰਿ ਅੰਤ ਨਾਹੀ ਪਾਰਾਵਾਰ, ਕੌਣ ਹੈ ਕਰੇ ਵਿਚਾਰ। ਜਗਤ ਪਿਤਾ ਹੈ ਸਰਬ ਕੋ, ਸਰਬ ਪ੍ਰਾਨ ਕੋ ਆਧਾਰ। ਜਨ ਨਾਨਕ ਭਗਤ ਦਰ, ਤੁਲ ਬ੍ਰਹਮ ਸੰਸਾਰ। ਏਕ ਜੀਅ ਕਿਆ ਬਖਾਨੈ, ਹਾਂ ਕੇ ਬਲ 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 ਸਦ ਬਲਿਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਕਾਰਯੋਗ ਗੁਰੂ ਸਵਾਰੀ, ਗੁਰੂ ਪਿਆਰੀ, ਗੁਰੂ ਕਾ ਖਾਸ ਰੂਪ ਖਾਲਸਾ ਸਾਧ ਸੰਗਤ ਜੀਓ।
ਸਤਿਗੁਰਾਂ ਦੀ ਅਤਿਅੰਤ ਬਖਸ਼ਿਸ਼ ਦੇ ਸਦਕਾ ਸਰਬੱਤ ਮਾਈ ਭਾਈ ਗੁਰ ਸਿੱਖ ਸੰਗਤਾਂ ਅੰਮ੍ਰਿਤ ਵੇਲੇ ਤੋਂ ਲੈ ਕਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ 'ਤੇ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਜੁੜ ਮਿਲ ਬੈਠ ਕਰ ਦਾਤਾਰ ਪ੍ਰਭੂ ਜੀ ਦੇ ਧੁਰ ਦਰਗਾਹੀ ਬਚਨ ਨਿਤਨੇਮ ਰੂਪ ਅੰਦਰ ਕੀਰਤਨ ਰੂਪ ਅੰਦਰ ਪੜ੍ਹਦੇ ਸੁਣਦੇ ਆ ਰਹੇ ਹਨ। ਮਹਾਰਾਜ ਦਾਤਾਰ ਪ੍ਰਭੂ ਜੀ ਨੇ ਸਾਡੇ 'ਤੇ ਮਿਹਰਬਾਨੀ ਕੀਤੀ। ਅਸੀਂ ਜਿੱਥੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਲਾਹੀ ਬਾਣੀ ਦੀ ਵਿਚਾਰ ਸ਼ਰਵਣ ਕਰਦੇ ਆ ਰਹੇ ਸਾਂ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਕਲਗੀਧਰ ਸਾਹਿਬ ਮਹਾਰਾਜ ਨੇ ਸਾਡੇ 'ਤੇ ਕਿਰਪਾ ਕਰਦਿਆਂ ਅੱਜ ਵਿਚਾਰ ਦੀ ਆਰੰਭਤਾ ਹੁੰਦੀ ਏ। ਭੱਟਾਂ ਦੇ ਸਵਈਏ ਨੇ ਜੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 1385 ਅੰਗ ਦੇ ਉੱਪਰ ਸੁਭਾਏਮਾਨ ਨੇ। ਦਾਤਾਰ ਪ੍ਰਭੂ ਜੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਬਚਨੋਂ ਬਿਲਾਸ ਕਰਦੇ ਨੇ। ਸੱਚੀ ਸਰਕਾਰ ਨੇ ਜਿਵੇਂ ਜਿਵੇਂ ਉਪਦੇਸ਼ ਦਿੱਤਾ ਹੈ, ਦੀਨ ਦੁਨੀ ਦੇ ਮਾਲਕ ਦਾਤਾਰ ਪ੍ਰਭੂ ਧੰਨ ਧੰਨ ਸਤਿਗੁਰੂ ਅਰਜਨ ਦੇਵ ਮਹਾਰਾਜ ਸ਼ਹੀਦਾਂ ਦੇ ਸਿਰਤਾਜ ਦਾਤਾਰ ਪ੍ਰਭੂ ਜੀ ਨੇ ਇਹ ਪਵਿੱਤਰ ਉਪਦੇਸ਼ ਦਿੱਤਾ ਹੈ। ਤੇ ਜਦੋਂ ਇਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਵਰੂਪ ਅੰਮ੍ਰਿਤਸਰ ਦੀ ਧਰਤੀ ਤੇ ਰਾਮਸਰ ਸਾਹਿਬ ਵਾਲੀ ਜਗ੍ਹਾ ਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਲਾ ਕਰਕੇ ਆਪ ਆਪਣੀ ਹਜ਼ੂਰੀ ਦੇ ਅੰਦਰ ਲਿਖਵਾ ਰਹੇ ਸਨ, ਇਹ ਸਵਈਏ ਵੀ ਉੱਥੇ ਹੀ ਲਿਖੇ ਗਏ ਨੇ। ਨਾਲ ਬਚਨ ਆਉਂਦੇ ਨੇ ਕਿ ਭੱਟਾਂ ਦੇ ਸਵਈਏ ਨੇ। ਇਹ ਸਵਾਈਏ ਭੱਟਾਂ ਦੇ ਨੇ। ਭੱਟ ਸੰਗਿਆ ਜਿਹੜੀ ਏ ਆਦਿ ਕਾਲ ਤੋਂ ਚੱਲੀ ਆ ਰਹੀ ਹੈ। ਭੱਟਾਂ ਦੀ ਬਾਬਤ ਪੜ੍ਹਨ ਨੂੰ ਮਿਲਦਾ ਹੈ, ਵਿਦਵਾਨ ਮਹਾਂਪੁਰਸ਼ ਇਸ ਦਾ ਤਰਜਮਾ ਕਰਦੇ ਨੇ, ਇਸ ਦੀ ਬਾਬਤ ਵਿਚਾਰ ਦਿੰਦੇ ਨੇ ਕਿ ਸੰਸਾਰ ਦੇ ਅੰਦਰ ਆ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਜਦ ਸ੍ਰਿਸ਼ਟੀ ਦੀ ਪ੍ਰਕਿਰਤੀ ਦੀ ਸਾਧਨਾ ਕੀਤੀ ਹੈ ਤੇ ਉਹਦੇ ਵਿੱਚ ਵੇਦ ਆਏ ਨੇ। ਤੇ ਵੇਦਾਂ ਨੇ ਜਿਹੜੇ ਵੇਦ ਜਿਸ ਤਰ੍ਹਾਂ ਅਸੀਂ ਹੁਣ ਗ੍ਰੰਥ ਰੂਪ 'ਚ ਵੇਖਦੇ ਨਾ, ਇਹ ਤਾਂ ਬਾਅਦ 'ਚ ਬੜਾ ਚਿਰ ਬਾਅਦ 'ਚ ਲਿਖੇ ਗਏ। ਪਹਿਲਾਂ ਉਹਨਾਂ ਦੇ ਅਧਿਆਕਸ਼ ਜਿਹੜੇ ਜਪੀ ਤਪੀ ਮਨੁੱਖ ਸਨ, ਉਹਨਾਂ ਨੂੰ ਇਹ ਨਾਜ਼ੁਲ ਹੋਏ, ਉਹਨਾਂ ਤੱਕ ਇਹ ਆਵਾਜ਼ ਪਹੁੰਚੀ, ਧੁਨ ਪਹੁੰਚੀ, ਇਹ ਬਚਨ ਪਹੁੰਚੇ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਚਨ ਤਾਂ ਜਿਹੜੇ ਸਮੁੱਚਾ ਸਵਰੂਪ ਹੈ, ਇਹ ਤਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਲਿਖਵਾਏ ਨੇ। ਉਦੋਂ ਪਹਿਲਾਂ ਵੀ ਬਾਣੀ ਸੀ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਵੀ ਕਹਿੰਦੇ ਨੇ, ਮਰਦਾਨਿਆਂ ਰਬਾਬ ਛੇੜ ਬਾਣੀ ਆਈ ਆ। ਬਾਣੀ ਸੀ ਪਹਿਲਾਂ ਵੀ, ਉਹ ਤਾਂ ਹੀ ਆਉਂਦੀ ਸੀ। ਉਹ ਜਿਨ੍ਹਾਂ ਨੂੰ ਅਜਵੇਦ ਕਿਹਾ ਜਾਂਦਾ ਹੈ ਨਾ, ਵਿਦਵਾਨ ਮਹਾਂਪੁਰਸ਼ ਕਹਿੰਦੇ ਉਹ ਸਾਰਾ ਗਿਆਨ ਚਾਰ ਮਨੁੱਖਾਂ ਦੇ ਕੋਲ ਸੀ, ਚਾਰ ਸਰੀਰਾਂ 'ਚ। ਤੇ ਜਿਹੜੇ ਬਰਮਾ ਆਦਿ ਦੇ ਆਲੇ ਉਦਾਲੇ ਰਹਿੰਦੇ ਸਨ,
ਜਦ ਕਿਦੇ ਇਹ ਸਾਰੇ ਇਕੱਠੇ ਹੋਏ, ਇਹਨਾਂ ਦੇ ਵੱਡੇ ਆਏ। ਇਹਨਾਂ ਨੇ ਦੇਖਿਆ, ਚਾਰਾਂ ਨੇ, ਪੰਜਵਾਂ ਬਰਮਾ ਜੀ ਬੈਠੇ ਸਨ। ਬਈ ਸਾਡੇ ਕੋਲ ਗਿਆਨ, ਇਹਨਾਂ ਦੇ ਕੋਲ ਕੀ ਹੈ? ਜਿਵੇਂ ਗਿਆਨ ਪੁਸਤਕਾਲ ਪੜ੍ਹ ਕੇ, ਗਿਆਨ ਦੇ ਗ੍ਰੰਥਾਂ ਨੂੰ ਪੜ੍ਹ ਕੇ ਜੋ ਕੁਝ ਹਿਰਦੇ 'ਚੋਂ ਗਵਾਉਣਾ ਸੀ ਨਾ, ਉਹ ਤਾਂ ਗਵਾਇਆ ਨਹੀਂ, ਉਹ ਸਗੋਂ ਵੱਧ ਗਿਆ। ਹੰਕਾਰ, ਮਾੜੇ ਵਿਚਾਰ, ਈਰਸ਼ਾ, ਫੁਰਨੇ ਆਦ, ਆਪਨੱਤ, ਮੈਂ ਨੂੰ ਮਟਾਉਣਾ ਸੀ, ਤੂੰ ਨੂੰ ਪ੍ਰਗਟ ਕਰਨਾ ਸੀ। ਜਿਨ੍ਹਾਂ ਦੇ ਹਿਰਦਿਆਂ ਵਿੱਚ ਵੇਦਾਂ ਦਾ ਗਿਆਨ ਵੀ ਆਇਆ, ਉਹਨਾਂ ਅੰਦਰ ਹਉਮੈ ਆ ਗਈ, ਹੰਕਾਰ ਆ ਗਿਆ। ਸਾਡੇ ਨੂੰ ਵੱਡਾ ਕੌਣ ਹੈ? ਗਿਆਨ ਦੀ ਗੱਲ ਤਾਂ ਸਾਡੇ ਤੋਂ ਪੁੱਛਦੇ ਨੇ। ਉਹਨਾਂ ਨੇ ਉਸ ਵਕਤ ਦੇ ਰਿਸ਼ੀਆਂ ਨੇ, ਰੱਬ ਦੀ ਬੰਦਗੀ ਕਰਨ ਵਾਲਿਆਂ ਨੇ ਕਿਹਾ, ਤੁਹਾਡੇ ਵਿੱਚ ਹਉਮੈ ਆ, ਇਹ ਮੁਕੰਮਲ ਗਿਆਨ ਤੁਹਾਡੇ ਇੱਕ ਕੋਲ ਨਹੀਂ ਰਹੇਗਾ। ਇੱਕ ਇੱਕ ਦਾ ਗਿਆਨ ਜਿਹੜਾ ਹੈ ਉਹ ਚਾਰ ਚਾਰ ਥਾਵਾਂ 'ਤੇ ਹੋ ਜਾਏਗਾ। ਕਹਿੰਦੇ ਬਈ ਉਹ ਚਾਰਾਂ ਦੇ ਜਿਹੜੇ ਦੋ ਦੇ 8 ਤੇ ਚਾਰਾਂ ਦੇ 16 ਬਣ ਗਏ, ਤੇ ਜਿਹੜਾ ਨਾਲ ਬ੍ਰਹਮਾ ਸੀ ਉਹਦਾ ਰੂਪ ਭਿੱਖੇ ਨੂੰ ਮੰਨਦੇ ਨੇ। ਕਹਿਣ ਲੱਗੇ ਉਹ ਵੀ ਸੰਸਾਰ 'ਤੇ ਆਇਆ ਰਿਹਾ ਨਾ। ਉਹ 8-16 ਮਨੁੱਖਾਂ ਕੋਲ ਗਿਆਨ ਆਇਆ, ਪਹਿਲਾਂ ਚਾਰਾਂ ਕੋਲ ਔਰ ਫਿਰ 16 ਕੋਲ, 17 ਕੋਲ ਸੰਸਾਰ ਵਿੱਚ ਗਿਆਨ ਆਇਆ। ਗਿਆਨ ਪ੍ਰਗਟ ਹੋਇਆ ਤੇ ਜਦ ਉਹਨਾਂ ਨੂੰ ਕਿਹਾ ਧਰਤੀ 'ਤੇ ਜਾਓ, ਤੁਹਾਡੀ ਹੰਕਾਰ ਦੇ ਨਾਲ ਬੁੱਧ 'ਤੇ ਪਰਦਾ ਪੈ ਗਿਆ ਹੈ, ਤੁਸੀਂ ਇਹ ਗਿਆਨ ਨੂੰ ਪਾ ਕੇ ਅਗਿਆਨ ਮਟਾਉਣਾ ਸੀ, ਤੁਸੀਂ ਤਾਂ ਆਪ ਹਉਮੈ ਕਰਨ ਲੱਗ ਪਏ, ਦੂਜੇ ਕਿਉਂ ਨਾ ਕਰਨਗੇ? ਇੰਨੇ ਬਚਨ ਕਹੇ ਤੇ ਇਹਨਾਂ ਨੂੰ ਪਤਾ ਲੱਗ ਗਿਆ ਧਰਤੀ 'ਤੇ ਜਾਣਾ ਪਏਗਾ, ਧੱਕੇ ਧੋੜੇ ਖਾਣੇ ਪੈਣਗੇ। ਲੁਕਾਈ 'ਚ ਇਹਨਾਂ ਹੱਥ ਬੰਨ੍ਹ ਕੇ ਬੇਨਤੀ ਕੀਤੀ, ਸਾਡੀ ਕਲਿਆਣ ਕਦੋਂ ਹੋਏਗੀ? ਤੇ ਜਿਨ੍ਹਾਂ ਨੇ ਇਹਨਾਂ ਨੂੰ ਕਿਹਾ ਸੀ ਨਾ, ਤੁਸੀਂ ਨਰਾਦਰ ਕੀਤਾ, ਹੰਕਾਰ ਕੀਤਾ, ਜਾਓ, ਤੁਹਾਡਾ ਗਿਆਨ ਮੁਕੰਮਲ ਨਹੀਂ ਰਹੇਗਾ, ਵੰਡਿਆ ਜਾਏਗਾ ਹੋਰ ਥਾਵਾਂ 'ਤੇ ਨਾਲ। ਤੇ ਜਦੋਂ ਐਸਾ ਹੋਇਆ, ਉਹਨਾਂ ਨੇ ਕਿਹਾ ਸੰਸਾਰ ਦੇ ਅੰਦਰ ਔਰ ਅਕਾਲ ਦਾ ਸਰਗੁਣ ਸਰੂਪ ਗੁਰੂ ਨਾਨਕ ਸਾਹਿਬ ਸੰਸਾਰ ਅੰਦਰ ਉਤਪੰਨ ਹੋਣਗੇ। ਉਹਨਾਂ ਦੇ 5ਵੇਂ ਜਾਮੇ ਵਿੱਚ ਜਦੋਂ ਉਹ ਧੁਰ ਦਰਗਾਹੀ ਬਚਨਾਂ ਨੂੰ ਇਕੱਤਰਿਤ ਕਰਨਗੇ, ਤੁਸੀਂ ਜਾ ਕੇ ਮਿਲਿਓ, ਤੁਹਾਡਾ ਇਹੀ ਗਿਆਨ ਉਦੋਂ ਪ੍ਰਗਟ ਹੋਵੇਗਾ, ਤੁਹਾਨੂੰ ਸੂਝ ਆਵੇਗੀ, ਤੁਹਾਡੀ ਕਲਿਆਣ ਉੱਥੋਂ ਹੋਣੀ ਜੇ, ਸਾਰਿਆਂ ਦੀ, ਜਿੰਨਿਆਂ ਕੋਲ ਗਿਆਨ ਹੋਵੇਗਾ। ਇਕੱਲੇ ਗਿਆਨ ਨਾਲ ਕਲਿਆਣ ਨਹੀਂ। ਹੁਣ ਦੇਖ ਲਿਆ ਜੇ ਇਹਦੇ ਨਾਲ ਹੁੰਦੀ ਫਿਰ ਭੱਟ ਉੱਤੋਂ ਨਾ ਡਿੱਗਦੇ, ਵੇਦ ਉੱਤੋਂ ਨਾ ਡਿੱਗਦੇ। ਵੇਦਾਂ ਦੇ ਅਵਤਾਰ ਮੰਨੇ ਨੇ ਇਹਨਾਂ ਨੂੰ, ਭਾਈ ਕਾਹਨ ਸਿੰਘ ਨਾਭਾ ਨੇ ਵੀ ਮੰਨਿਆ ਹੋਇਆ ਹੈ, ਔਰ ਵਿਦਵਾਨਾਂ ਨੇ ਬਹੁਤਾਤ ਅੰਦਰ ਮੰਨਿਆ ਹੋਇਆ ਹੈ। ਗਿਆਨੀ ਗੁਰਦਿੱਤ ਸਿੰਘ ਜੀ ਹੁਣ ਆਪਣੀ ਪੁਸਤਕ ਲਿਖੀ, ਉਹਨਾਂ ਨੇ ਵੀ ਇਹ ਕੁਝ ਲਿਖਿਆ ਹੋਇਆ ਹੈ। ਹੋਰ ਤਮਾਮ ਵਿਦਵਾਨਾਂ ਨੇ ਇਸ ਗੱਲ ਨੂੰ ਅੰਕਿਤ ਕੀਤਾ। ਖੈਰ, ਮੈਂ ਜੇ ਇੱਕ ਇੱਕ ਨੇ ਕੀ ਕੀ ਲਿਖਿਆ ਉਹ ਬਿਆਨ ਕਰਨ ਲੱਗ ਪਿਆ ਤੇ ਗੱਲ ਲੰਬੀ ਹੋ ਜਾਏਗੀ। ਮੈਂ ਸ਼ਾਰਟਕਟ ਵਿਚਾਰ ਕਰਨੀ ਹੈ, ਜਿਹੜੀ ਆਪ ਨੂੰ ਸੁਖਾਲੇ ਜੇ ਢੰਗ ਨਾਲ ਸਮਝ ਆ ਸਕੇ। ਉਹ ਸਾਰੇ ਦੇ ਸਾਰੇ ਜਿਹੜੇ ਸਨ ਨਾ, ਔਰ ਵਿਦਵਾਨ ਸਨ ਤੇ ਜਨਮ ਤੋਂ ਵਿਦਿਆ ਪਾਉਣੀ ਸੀ, ਉਹਨਾਂ ਨੇ ਬ੍ਰਾਹਮਣ ਘਰਾਣੇ ਦੇ ਵਿੱਚ ਜਨਮ ਲਿਆ ਤੇ ਇੱਕ ਸਰਸਵਤੀ ਨਦੀ ਦੇ ਕਿਨਾਰੇ ਵਸਣ ਵਾਲਾ, ਉਰਲੇ ਪਾਸੇ ਜਿਹੜਾ ਵਸਦਾ ਘਰਾਣਾ ਸੀ, ਉਧਰ ਜਿਹੜੇ ਔਰ ਵਾਸੀ ਸਨ ਉਹ ਸਾਰਸੁਤ ਬ੍ਰਾਹਮਣ ਕਹਾਏ। ਜਿਹੜੇ ਉਹਦੇ ਪਰਲੇ ਪਾਸੇ ਸਨ ਉਹ ਗੌੜ ਬ੍ਰਾਹਮਣ ਕਹਾਏ। ਇਹ ਸਾਰਸੁਤਾਂ ਦੇ ਘਰ ਅੰਦਰ ਜਨਮੇ ਹੋਏ ਔਰ ਚੱਲਦੇ ਫਿਰਦੇ ਸ਼ਾਂਤੀ ਵਿਦਿਆ ਜਨਮ ਤੋਂ ਪੜ੍ਹਨ ਲੱਗ ਪਏ, ਕਿਉਂਕਿ ਬ੍ਰਾਹਮਣ ਦਾ ਕੰਮ ਹੈ ਵਿਦਿਆ ਪੜ੍ਹਨੀ ਪੜ੍ਹਾਉਣੀ। ਵਿਦਿਆ ਪੜ੍ਹਨ ਲੱਗ ਪਏ, ਸ਼ਾਂਤੀ ਕਦੇ ਨਾ ਮਿਲੀ। ਚਲਦੇ ਚਲਦੇ ਜਦੋਂ ਇਸ ਅੰਮ੍ਰਿਤਸਰ ਦੀ ਪੁਰੀ ਦੇ ਅੰਦਰ ਪਹੁੰਚੇ ਨੇ ਤੇ ਆ ਕੇ ਡਿਠੇ ਸਭੇ ਥਾਵ ਨਹੀਂ ਤੁਧ ਜੇਹਾ, ਬਧੋ ਪੁਰਖ ਵਧਾਤੇ ਤਾਤੂ ਸੋਹਿਆ, ਔਰ ਦੀਦਾਰ ਕੀਤਾ ਤੇ ਸਕੂਨ ਮਿਲਿਆ।
ਸਿੱਖਾਂ ਨਾਲ ਬਚਨ ਕੀਤੇ ਬੜੇ ਸ਼ਾਂਤੀ ਵਾਲੇ। ਇਹਨਾਂ ਕੋਲ ਇੰਨਾ ਗਿਆਨ ਸੀ, ਫੇਰ ਵੀ ਪੜਦਾ ਪਿਆ ਹੋਇਆ, ਵਿਦਿਆ ਪੜ੍ਹ ਕੇ, ਸਿਮਰਤੀਆਂ ਸ਼ਾਸਤਰ ਪੜ੍ਹ ਕੇ ਅੰਦਰ ਨੂੰ ਸਕੂਨ ਨਹੀਂ ਮਿਲਿਆ। ਇਸ਼ਨਾਨ ਕੀਤੋ ਨੇ ਤੇ ਜਾ ਕੇ ਸਿੱਖਾਂ ਨੂੰ ਪੁੱਛਿਆ ਗੁਰੂ ਦਾ ਦੀਦਾਰ ਕਰਨਾ ਹੈ। ਉਹਨਾਂ ਕਿਹਾ ਰਾਮਸਰ ਦੀ ਧਰਤੀ ਤੇ ਜਾਓ, ਸਤਿਗੁਰੂ ਦੇ ਪਾਵਨ ਸਵਰੂਪ ਲਿਖੇ ਜਾ ਰਹੇ ਨੇ। ਉਸ ਵੇਲੇ ਇਹ ਸਾਰੇ ਦੇ ਸਾਰੇ ਭੱਟ ਸੰਗਿਆ ਵਾਲੇ ਜਿਹੜੇ ਫਿਰਦੇ ਹੋਏ ਲੱਭਦੇ ਹੋਏ ਆ ਰਹੇ ਸਨ, ਜਿਹੜੇ ਭੱਟਾਂ ਦੇ ਆਪਣੇ ਬਚਨ ਨੇ ਬਰਸ ਏਕ ਹੋਂ ਫਿਰਿਓ ਕਿੰਨੇ ਨਾ ਪਰਚੋ ਲਾਇਓ, ਕਹਤੇ ਹੈ कहती सुनी रहत को खुशी न आयो, और एक छोड़ दूजे लगे तिनके गुण हों क्या कहूँ, गुर दइए मलायो भिखिया जिव तू रखै तिव रहूँ, जिवें तुसी रखोगे उवें रहांगे। ਇੰਨਾ ਚਿਰ ਭਟਕੇ, ਕਹਿੰਦੇ ਸਾਡੇ ਭਾਗ ਨਹੀਂ ਸੀ ਅਜੇ ਉਦੇ ਹੋਏ ਚੰਗੇ ਮਿਲਾਪ ਵਾਲੇ। ਜਬ ਲਓ ਭਾਗ ਲਲਾਰ ਨਹੀਂ ਉਦੈ, ਤਬ ਲਓ ਭ੍ਰਮਤੇ ਫਿਰਤੇ ਬਹੁਤਾਇਓ, ਕਲ ਘੋਰ ਸਮੁਦਰ ਮੈਂ ਬੂਡਤ ਥੇ, ਕਬਹੂ ਮਿਟ ਹੈ ਨਹੀਂ ਰੇ ਪੁਛਤਾਇਓ, ਤਤ ਵਿਚਾਰ ਯਹ ਮਥਰਾ। ਔਰ ਕਹਿਣ ਲੱਗੇ ਇਹ ਸਾਡੇ ਜਿਹੜੇ ਮਸਤਕ ਦੇ ਸਵਲੜੇ ਭਾਗ ਉਦੇ ਨਹੀਂ ਸੀ ਹੋਏ, ਅੱਜ ਉਹ ਹੋ ਗਏ ਨੇ। ਤੇ ਰਹੋ ਸੰਤ ਹੋਂ ਟੋਲ ਸਾਧ ਬਹੁ ਤੇਰੇ ਡਿੱਠੇ, ਬੜੇ ਸੰਤ ਵੇਖੇ ਬੜੇ ਸਾਧੂ ਦੇਖੇ। ਰਹੋ ਸੰਤ ਹਾਂ ਟੋਲ ਸਾਧ ਬਹੁ ਤੇਰੇ ਡਿੱਠੇ। ਔਰ ਕਹਿਣ ਲੱਗੇ ਇਹਨਾਂ ਨੂੰ ਵੀ ਵੇਖ ਲਿਆ, ਕਿਦਿਓਂ ਸ਼ਾਂਤੀ ਨਹੀਂ ਮਿਲੀ। ਅੱਜ ਮਹਾਰਾਜ ਦੇ ਕੋਲ ਇਹ ਆਏ 16, ਉਹ ਤੇ 17ਵਾਂ ਇਹਨਾਂ 'ਚ ਭਿੱਖਾ ਸੀ। ਉਹਨਾਂ 17 ਦੀ ਗਿਣਤੀ ਕੀਤੀ, ਪ੍ਰੋਫੈਸਰ ਸਾਹਿਬ ਸਿੰਘ ਉਹਨਾਂ ਨੇ 11 ਦੀ ਕੀਤੀ। ਇਹ ਕਿਉਂ? ਇਹਨਾਂ ਨੇ ਜਿਹੜੇ ਇਹ 2-2 ਨਾਵਾਂ ਦਾ ਇੱਕ ਜਾਣਿਆ ਕਿ ਉਹ ਜੀ ਉਹਨਾਂ ਦੇ ਉਪਨਾਮ ਨੇ, ਤਾਂ ਇਹਨਾਂ 11 ਕਰ ਦਿੱਤੀ। ਉਹਨਾਂ 17 ਕੀਤੀ, ਹਰ ਇੱਕ ਦਾ ਇੱਕ ਇੱਕ ਨਾਮ ਕਰਕੇ, ਕਿਉਂਕਿ ਭਾਈ ਕਾਹਨ ਸਿੰਘ ਨਾਭਾ ਆਦਿ ਮਹਾਨ ਵਿਦਵਾਨਾਂ ਨੂੰ ਮੁੱਖ ਰੱਖ ਕੇ ਜੇ ਇਸ ਨੂੰ ਵਿਸਥਾਰ ਨਾਲ ਪੜ੍ਹਨਾ ਹੋਵੇ ਨਾ, ਕਿਹਨੇ ਕੀ ਲਿਖਿਆ ਹੈ। ਸ਼੍ਰੀ ਮਾਨ ਸੰਤ ਗਿਆਨੀ ਹਰੀ ਸਿੰਘ ਜੀ ਰੰਧਾਵੇ ਵਾਲੇ ਮਹਾਂਪੁਰਸ਼ਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜੋ ਟੀਕਾ ਕੀਤਾ ਅਰਥ ਭੰਡਾਰ, ਔਰ ਉਹਦੀ 12ਵੀਂ ਪੋਥੀ ਦੇ ਅੰਦਰ ਪੜ੍ਹ ਲਿਆ ਜੇ ਉਹਨਾਂ ਸਾਰਾ ਬੜੀ ਬਰੀਕੀ ਦੇ ਨਾਲ ਇੱਕ ਇੱਕ ਗੱਲ ਜਿਹੜੀ ਆ ਖੋਜ ਕੇ ਲਿਖੀ ਹੋਈ ਆ। ਮੈਂ ਕੇਵਲ ਸ਼ਾਰਟਕਟ ਆਪ ਨਾਲ ਬਿਆਨ ਕਰ ਰਿਹਾ ਹੈ। ਚਾਹੇ ਉਹ ਔਰ ਉਹ 17 ਭੱਟ ਜਦੋਂ ਆਏ ਨੇ, ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਕੂਨ ਦਿਓ, ਸ਼ਾਂਤੀ ਦਿਓ। ਔਰ ਉਹ ਭੱਟ ਆਏ ਨੇ, ਇਸ ਗੱਲ ਤੋਂ ਕੋਈ ਨਹੀਂ ਭੱਜਿਆ। 11 ਜਿਨ੍ਹਾਂ ਨੇ ਲਿਖੇ ਨੇ ਉਹਨਾਂ ਨੇ ਵੀ ਕਿਹਾ ਸਤਿਗੁਰੂ ਕੋਲ ਆਏ, ਤੇ 17 ਵਾਲੇ ਮਹਾਂਪੁਰਸ਼ ਵੀ ਕਹਿੰਦੇ। ਔਰ ਉਹ ਸਤਿਗੁਰੂ ਕੋਲ ਆਏ, ਗੁਰੂ ਨੇ ਗਿਆਨ ਜਦੋਂ ਬਖਸ਼ਿਸ਼ ਕੀਤਾ, ਫਿਰ ਅੰਦਰੋਂ ਉਹ ਸੁਰਤ ਜਾਗੀ। ਜਿਵੇਂ ਮਨੁੱਖ ਦੇ ਅੰਦਰ ਸੁਰਤ ਹੈ ਨਾ, ਜੋਤ ਤਾਂ ਸਾਰਿਆਂ 'ਚ, ਪਰ ਜਦੋਂ ਕੋਈ ਰੱਬ ਦਾ ਪਿਆਰਾ ਮਿਲ ਜਾਂਦਾ ਹੈ, ਉਹ ਸਿਮਰਨ ਦੀ ਦਾਤ ਬਖਸ਼ਦਾ ਹੈ, ਉਹ ਸਿਮਰਨ ਕਰਦਾ ਹੈ। ਔਰ ਜਿਵੇਂ ਜਿਵੇਂ ਧੁਨ ਨੂੰ ਸੁਣਦਾ ਹੈ, ਉਹ ਧੁਨ ਅੰਦਰ ਉਤਰਦੀ, ਅੰਦਰਲੀ ਜੋਤ, ਅੰਦਰਲਾ ਪ੍ਰਕਾਸ਼ ਜਗਮਗਾਉਂਦਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੂੰ ਕਹਿਣ ਲੱਗੇ, ਦਾਤਾਰ ਪ੍ਰਭੂ ਜੀ ਅਸੀਂ ਆਏ ਹਾਂ ਤੁਹਾਡੇ ਕੋਲ, ਮਹਾਰਾਜ ਸਾਨੂੰ ਉਪਦੇਸ਼ ਬਖਸ਼ਿਸ਼ ਕਰੋ। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਹਿਲਾਂ 9 ਸਵਾਈਆਂ ਦੇ ਅੰਦਰ ਅਕਾਲ ਦੀ ਉਸਤਤ ਕੀਤੀ ਆ, ਫਿਰ 11 ਸਵਾਈਆਂ ਦੇ ਅੰਦਰ ਉਹਨਾਂ ਨੂੰ ਉਪਦੇਸ਼ ਬਖਸ਼ਿਆ। 21 ਸਵਾਈਏ ਪਹਿਲਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉਚਾਰਨ ਕੀਤੇ ਨੇ। ਮੈਂ ਜ਼ਿਆਦਾ ਵਿਸਥਾਰ 'ਚ ਨਾ ਜਾਵਾਂ, ਆਓ ਇਸ ਦੀ ਵਿਚਾਰ ਸੰਖੇਪ ਰੂਪ 'ਚ ਸ਼ਰਵਣ ਕਰੀਏ, ਕਿਉਂਕਿ ਜੇ ਲੰਬੇਰੀ ਵਿਚਾਰ ਵਿੱਚ ਪੈ ਗਏ, ਔਰ ਜਿਨ੍ਹਾਂ ਦੀ ਬੁੱਧੀ ਤਿਕਸ਼ਣ ਨੇ, ਜਿਨ੍ਹਾਂ ਗੁਰਮਤਿ ਨੂੰ ਜ਼ਿਆਦਾ ਜਾਣਿਆ, ਉਹਨਾਂ ਦੀ ਗੱਲ ਪਕੜ ਵਿੱਚ ਆ ਜਾਏਗੀ। ਦੂਜਿਆਂ ਨੂੰ ਪਤਾ ਨਹੀਂ ਲੱਗਣਾ ਕਿਹੜੀ ਗੱਲ ਸੀ, ਕਿੱਥੋਂ ਚੱਲੀ, ਕਿੱਧਰ ਨੂੰ ਗਈ। ਇਸ ਕਰਕੇ ਬੇਨਤੀ ਹੈ, ਇਹ ਸਵਾਈਆਂ ਦੀ ਵਿਚਾਰ ਜਿਹੜੀ ਹੈ ਆਪਾਂ ਨੇ ਸਿੱਧੇ ਸਾਦੇ ਰੂਪ ਅੰਦਰ, ਮੋਟੇ ਮੋਟੇ ਰੂਪ ਅੰਦਰ ਹੀ ਵਿਚਾਰਨ ਦਾ ਯਤਨ ਕਰਨਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਦੇ ਅੰਦਰ ਦਾ ਗਿਆਨ ਜਗਾਉਣ ਵਾਸਤੇ, ਉਹਨਾਂ ਦੀ ਕਲਿਆਣ ਕਰਨ ਵਾਸਤੇ। ਸੰਗਤ ਜੀ ਕਈ ਵਾਰ ਮਨੁੱਖ ਕਹਿੰਦਾ ਮੇਰੇ ਕੋਲ ਗਿਆਨ ਬੜਾ, ਮੈਂ ਬੜਾ ਪੜ੍ਹ ਲਿਖ ਗਿਆ ਹੈ, ਪਰ ਸਕੂਨ ਨਹੀਂ ਜੇ ਮਿਲਦਾ, ਕਲਿਆਣ ਨਹੀਂ ਜੇ ਹੁੰਦੀ। ਕਲਿਆਣ ਕਰੇਗਾ ਤੇ ਗੁਰੂ ਕਰੇਗਾ।
जद गुरु दे उपदेश नूं कमाएगा। इन्हां कोल भी ज्ञान ने बहुत ग्रंथां दा अध्ययन कीता है, पर अंदर दा सुकून नहीं। अज महाराज दे कोल आए दातार प्रभु जी, साडी बोली भी होर जाई आ ते पातशाह सानू पता नहीं, असी संस्कृत आदि पढ़िया पर सानू ये गुण गायन करन दा पता नहीं। एक बारी साडे ते कृपा करो, सानू तुसी सुनाओ, फिर असी उसे रूप च उसे लय दे विच और ये बयान करांगे। महाराज सच्चे पातशाह फिर आरंभ कर दे एक ओंकार। महाराज साहब कहते अद्वैत स्वरूप परिपूर्ण परमात्मा, संसार द्वैत विच, परमात्मा अद्वैत स्वरूप है। असी द्वंदवाद विच, परमात्मा च द्वंदवाद नहीं। असी दो विधियां विच, परमात्मा दो विधियां विच नहीं। दुबदा विच असी, मालिक दुबदा विच नहीं। असी दुई विच आ, परमात्मा एक है। मिलिया उदन जाना है जिदन दुई मिट गई। जब आपा पर का मिट गया, जत देखो तत तू। जदों ये नदरिया बन गया, वो एक है। महाराज सच्चे पातशाह कहते जिहदे वर्गा दूजा ही नहीं। कुल कायनात दे विद्या नूं पढ़न दा यतन करिए, वो गिणती सारी एक तो ही शुरू होंदी है, उदों पहला कुछ नहीं। जो कुछ है एक तो बाद भाषा वखरी है। कोई वन कह देवेगा, कोई अवल कह देगा, कोई कुछ कह देवेगा। और इस करके महाराज ने तो हिंदसियां वाला एका वरत्या है, नहीं तो ईड़ी नूं सिहारी कक्का एक भी बन जाता सी। महाराज ने इत्थे एका वरत्या है, अपने आप विच मुकम्मल है। इनू किसी की सहायता की लोड़ नहीं। जिहड़ा परिपूर्ण परमात्मा है, उन्होंने एक दिसण दे लई और किसी की सहायता की लोड़ नहीं। जो किश करे सो आप ही करे, जो कुछ करदा आप ही करदा, एक है। ਉਹਦੇ वर्गा दूजा कोई नहीं। जिन्हों साहब कहते तुद बिन दूजा ना ही कोई। तू करतार करै सो होए, जो तू करदा वो हुंदा है। वो एक परमात्मा है। संसार विच दुई फैली आ, अनेकता नूं मनण वाले ने। कोई किसी नूं मनदा है, कोई अग्नि नूं, कोई पवन नूं, कोई विष्णु नूं, कोई ब्रह्मा नूं, कोई किसी दा नूं मनदा पिया। महाराज कहंदे एक है जिन्ने बेड़ा पार लाउणा है, जिन्ने तेनों मुक्त करना वो एक है। जिन्ने तेरे जीवन की नैया डुबदी नूं पार लाउणा वो एक है। एक नाल मिल के संपूर्णता है। दूई दे विच जाएगा फिर भी एक बल नूं उपराला आउण दा कीता जाएगा, तां सुख मिलेगा। एक ओंकार। जे एक है तो ओंकार कहने की की लोड़ पै गई। महाराज कहते जिथे एक है, हुण एक तो चंद्रमा भी है, चंद्रमे दो थोड़ा है। तो जिहड़ा सूरज है वो एक है, वो दो थोड़ा है। आसमान एक है, 25-30 तो है नहीं। धरती एको ही आ, 2-3 तो नहीं। हाँ पवन भी एक ही आ, वो भी तो एक ही चलती है ना, सारे एको जी लगती आ। महाराज साहब कहते पानी भी तो एक है ना, भावें जिथों मर्जी धरती पट्टो पानी उही निकलना है ना। महाराज सच्चे पातशाह कहते ओंकार इसलिए आ कि ओ ये जिन्ने एक कहलाउण वाले आ ना, सारियां नूं प्रकाशन वाला है, सारियां दी उत्पत्ति करन वाला है, सारियां दा जन्मदाता है और समा और संसार दे अंदर फैलाउण वाला है। वो समूह दा प्रकाशक है। ओंकार ब्रह्मा उत्पत्त, ओंकार किया जिन चेता। ओंकार दा पसारा पसरिया होया सारे सारे, उहदे तो बगैर कुछ नहीं। इस करके मनुख तेरी जिंदगी दा हिस्सा एक ओंकार बन जाए। वो सर्व व्यापक है। महाराज कहते सत वो सदा सदैव काल रहन वाला, और वो सत्य जगत झूठ है। महाराज साहब कहते उहदी हस्ती नूं कोई मिटा नहीं सकता। जिन्ने नाम ने दुनिया विच मिटणगे, उहदा है सत नाम, सच्चा नाम है परमेश्वर दा।
होंद वाला, हस्ती वाला, रहन वाला है, जिन्हों साहब कहते नाम रहियो साधु रहियो, रहियो गुर गोबिंद, दूजा कोई नहीं रहना। महाराज सच्चे पातशाह उहदा नाम ही है। मैं संखेप च अर्ज कर रहा। महाराज कहते करता पुरख, कहते महाराज जदों करता कह दिता फिर पुरख कहन दी की लोड़ पई। पातशाह कहते संसार दे विच करते बड़े मिल जाणगे, कोई किसी वस्तु का करता है, कोई किसी का करता है, और दर्जी कपड़ियां का करता कपड़ा बना दिंदा है, ते एक कपड़ा बुनने वाले है वो भी करता है। वो नहीं तो तागे पै ने कपड़ा होंद ज कित्थों आवे। महाराज साहब कहते घुमियार भांडे का करता है। महाराज कहते भावें तमाम करते संसार विच ने, वो करता किदे बैठा रहिंदा है, उहदी बनतर बनी किरत और वो किदे हुंदी आप किते चला जाता है। ये जिहड़ा करता पुरख है ना, ये सारी किरत नूं बना के आप किते जांदा नहीं, आप विच बैठ जाता है। कोई ऐसा दुनिया का करता नहीं अपनी किरत बनाए। किसी ने गड्डी बनाई है, थोड़ा क्यों चत्तो पैर गड्डी च ही बैठा रहेगा। एक कारीगर मकान बना के तुर गया, ये तो नहीं वो मकान च बैठा रहेगा। एक दर्जी ने कपड़ा चोला सिउं दिता, वो चोले विच तां नहीं, जे वो चोले च रहेगा जिन्हें सिलाया वो की करेगा, वो चोले विच तां नहीं। घुमियार ने और घड़ा बना दिता, तौड़ा बनाता, तौड़ी बनाती, जे उहदे विच घुमियार आप ही वड़ जाएगा तो दसो फिर उहदे विच दुध पानी कित्थों पवेगा। उहदे विच समाया नहीं, कोई पता नहीं। किसी ने 4 दमड़ियां दित्तियां, किरत नूं खरीदिया, लैके टुर गया, उहदे विच चंगा पिया मंदा पिया, वो करते नूं कोई पता नहीं। किरत है भी दुनिया ते के नहीं, टुट गई भज गई मुक गई। ये करता पुरख ऐसा है, ये भांडे बनाउंदा है शरीरां रूपी संसार दे अंदर, भांडियां नूं बनांदा है ते बुना करके सारे इक्के मिट्टी तो बनाउंदा है। कुम्हारे एक जो माटी गूंदी बहुविध बानी लाई, काहू मैं मोती मुक्ताल काहू ब्याद लगाई। कहते घुमियार ने भांडे बुनाए, किसे विच तां घड़े विच मोती हीरे आदि पाए गए, किसे दे विच जहर पाई गई। महाराज साहब कहते रब ने भांडे बुनाए ने, बना के ना शरीरां दे अंदर सुभाईमान हो गया है। और प्रकृति बनाई कला शरीरां विच ही नहीं, प्रकृति दे कन कन विच, हर रघुरेशे दे अंदर, कतरे कतरे दे अंदर, जिन्हों साहब कहते जल थल महियल पूरिया स्वामी सिरजनहार। जल दे अंदर भी, थल दे अंदर भी, हर पत्ते पत्ते दे अंदर परिपूर्ण परमात्मा वसदा, सर्व व्यापक है। हर पुरी पुरी बसंता, हर एक पुरी दे अंदर वसदा है। पो प्लस रख, पो मैना हुंदे नरक। ते जीवां नूं ये बड़ा संसार दे विच भै बनिया है कि जदों तन नूं त्याग गया किते नरकां दा सामना ना करना पवे। महाराज साहब कहंदे सजनो, जेड़ा इस एक नूं जपेगा, जेड़ा संसार दा करता है वो बना के तेरे अंदर बैठा है, तू एक नूं ध्यावी। महाराज कहंदे नरकां च भी इत्थे तां तेरी रक्षा करेगा ही, नरकां च भी तेनूं पैर नहीं देवेगा, उत्थे भी तेरी रखवाली करेगा, उत्थे भी तेरी रक्षा करेगा। महाराज फिर इस करते नो और डर किसी का नहीं। महाराज कहते निरभौ, और इनू डर किसी का नहीं, सब ये तो डरते ने। हुण भै दे अंदर अग आ, भै अंदर पवन है, भै अंदर पानी है, भै अंदर सूरज है, भै अंदर चंद आ। ये सारे भै विच डर विच ने। मनुख भी डरदा, दूजे तो दूजा डरदा है, सारे दे सारे मौत तो डरदे ने। पर मौत ना, ये जिहड़ा परमात्मा इनू मौत का डर नहीं, इनू समय का डर नहीं, इन्हों बनाउण वाला मालक है। महाराज कहंदे निरभौ। ते महाराज जीव की करना, वो तो निरभौ जिन्हें बनाता, ते जीव की करन, भै तां जीवां नूं है, वो परमात्मा नूं नहीं। महाराज कहंदे इनू जपो, जिहड़ा जपेगा ना, उहदे भौ
ਡਰ ਸਾਰੇ ਮਿਟ ਜਾਣਗੇ। ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਨੀ ਛੁਟੈ। ਜੇ ਤੂੰ ਜਪੇਂਗਾ ਨਾ ਨਿਰਭਉ ਨੂੰ, ਮਹਾਰਾਜ ਕਹਿੰਦੇ ਤੇਰੇ ਭੈ ਮਿਟ ਜਾਣਗੇ, ਉਹਦੀ ਕਿਰਪਾ ਹੋਏਗੀ, ਤੇਰਾ ਛੁਟਕਾਰਾ ਹੋ ਜਾਵੇਗਾ। ਉਹ ਡਰ ਤੋਂ ਰਹਿਤ। ਸਜਣਾ ਜੀ ਰੱਬ ਦਾ ਰੂਪ ਉਹੀ ਜਿਹਦੇ ਅੰਦਰ ਭੈ ਨਹੀਂ, ਉਹ ਨਾ ਕਿਸੇ ਨੂੰ ਭੈ ਦਿੰਦਾ ਨਾ ਕਿਸੇ ਦਾ ਭੈ ਮੰਨਦਾ। ਭੈ ਕਾਹੂ ਕੋ ਦੇਤ ਨਹਿ, ਨਹਿ ਭੈ ਮਾਨਤ ਆਣ। ਨਾ ਕਿਸੇ ਦਾ ਉਹ ਭੈ ਮੰਨਦਾ ਤੇ ਨਾ ਉਹ ਕਿਸੇ ਨੂੰ ਭੈ ਦਿੰਦਾ, ਡਰਾਉਂਦਾ ਹੈ ਕਿ ਮੈਂ ਤੈਨੂੰ ਜਾਨੋਂ ਮਾਰ ਦਿਆਂਗਾ ਜੇ ਮੇਰੇ ਵਾਲੇ ਪਾਸੇ ਨਾ ਆਇਆ। ਨਹੀਂ, ਉਹ ਪਰਮਾਤਮਾ ਕਿਸੇ ਤੋਂ ਡਰਦਾ ਨਹੀਂ। ਰਹਿ ਤੇ ਮਹਾਰਾਜ ਫਿਰ ਇਹ ਜਿਹੜੇ ਜਿਸ ਤਰ੍ਹਾਂ ਰਾਜਾ ਇੱਕ ਵੱਡਾ ਹੈ, ਉਹਨੂੰ ਕੋਈ ਨਹੀਂ ਜਿੱਤ ਸਕਦਾ ਤੇ ਉਹ ਦੂਜਿਆਂ ਨਾਲ ਵੈਰ ਕਰਦਾ ਹੈ। ਮਹਾਰਾਜ ਕਹਿੰਦੇ ਉਹ ਨਿਰਵੈਰ ਹੈ, ਉਹਦਾ ਵੈਰ ਕਿਸੇ ਨਾਲ ਨਹੀਂ। ਵੈਰੀ ਉਹ ਆ ਜਿਹੜਾ ਬਰਾਬਰ ਦਾ, ਦੂਜੇ ਦਾ ਤਾਂ ਪਤਾ ਹੈ ਵੀ ਇਹ ਮੇਰਾ ਕੀ ਕਰੇਗਾ ਆ ਕੇ। ਵੈਰ ਬਰਾਬਰ ਦੇਦਾ ਹੈ, ਉਹਦਾ ਹੀ ਭਾਉ ਆ, ਉਹਦੇ ਨਾਲ ਵੈਰ ਹੈ। ਵੈਰੀ ਤੋਂ ਡਰਦਾ ਹੈ ਕਿ ਮੇਰੇ ਤੇ ਹਮਲਾ ਨਾ ਕਰੇ। ਮਹਾਰਾਜ ਕਹਿੰਦੇ ਉਹਦਾ ਵੈਰ ਕਿਸੇ ਨਾਲ ਨਹੀਂ। ਸਜਣਾ ਤੇਰੇ ਅੰਦਰ ਜੇ ਇੱਕ ਨੂੰ ਮਿਲਣਾ ਹੀ ਨਾ, ਤੇਰੇ ਜੋ ਮੂੰਹ ਤੋਂ ਬਚਨ ਕਹਿਣਾ ਹੈ ਤੇ ਜੋ ਤੇਰੇ ਅੰਦਰ ਉਹ ਇੱਕ ਹੋਣ। ਮੇਰੀ ਤਰ੍ਹਾਂ ਬਾਹਰੋਂ ਤਾਂ ਕਥਾ ਕਰਦਾ, ਬਾਹਰੋਂ ਤਾਂ ਬੜੇ ਚੰਗੇ ਲੈਕਚਰ ਦਿੰਦਾ ਹੈ, ਅੰਦਰ ਕੁਝ ਵਿਚਾਰ ਹੋਰ ਹੁੰਦੇ ਨੇ। ਮਹਾਰਾਜ ਨੇ ਵੀ ਕਿਹਾ ਜਿਨ ਮਨ ਹੋਰ ਮੁਖ ਹੋਰ। ਮਨ ਦੇ ਅੰਦਰ ਕੁਝ ਵਿਚਾਰ ਖਿਆਲਾਤ ਹੋਰ ਨੇ ਤੇ ਮੂੰਹ ਤੋਂ ਕੁਝ ਗੱਲਾਂ ਹੋਰ ਕਰਦਾ ਹੈ। ਮਹਾਰਾਜ ਕਹਿੰਦੇ ਕੱਚੇ ਨੇ, ਪੱਕੇ ਨਹੀਂ। ਸਾਹਿਬ ਕਹਿੰਦੇ ਨੇ ਸਜਣਾ ਤੇਰੇ ਅੰਦਰ ਬਾਹਰ ਤਨ ਕਰਕੇ ਗੁਰਸਿੱਖ ਬਣ ਗਿਆ ਹੈ। ਮਨ ਅੰਦਰ ਵਿਚਾਰ ਮਨਮੁਖਾਂ ਵਾਲੇ ਨੇ, ਮਨਮੁਖਾਂ ਵਾਲੇ ਸੋਚ ਸਮਝੇ। ਸਾਹਿਬ ਕਹਿੰਦੇ ਇੱਕ ਹੋ, ਇੱਕ ਨਾਲ ਜੁੜਨਾ ਹੀ ਨਾ ਇਹ ਗੁਣ ਨੇ। ਧਾਰਨ ਕਰ ਜੇ ਇੱਕ ਨੂੰ ਮਿਲਣਾ, ਇੱਕ ਪਰਮਾਤਮਾ ਨੂੰ। ਉਹ ਸਰਬ ਪ੍ਰਕਾਸ਼ਕੇ ਤੋ ਸਾਰਿਆਂ ਨਾਲ ਇੱਕੋ ਜੀ ਸਮਦ੍ਰਿਸ਼ਟੀ ਬਣਾ। ਸਾਰਿਆਂ ਅੰਦਰ ਸਤ ਪਰਮਾਤਮਾ ਨੂੰ ਜਾਣ ਔਰ ਉਹਦੇ ਨਾਮ ਨੂੰ ਜਪ ਤੇ ਜਪਾ। ਇਹ ਨਾ ਕਹੇ ਮੈਂ ਆਹ ਕਰਤਾ ਤੇ ਮੈਂ ਆਹ ਕਰ ਦੂੰਗਾ। ਉਹਨੂੰ ਕਰਤਾ ਧਰਤਾ ਸਭ ਕੁਝ ਜਾਣ। ਉਹਨੇ ਤੈਨੂੰ ਵੀ ਬਣਾਇਆ ਹੈ ਤੇ ਤੇਰੇ ਦੁਸ਼ਮਣ ਨੂੰ ਵੀ ਉਹਨੇ ਬਣਾਇਆ ਹੈ। ਮਹਾਰਾਜ ਸਾਹਿਬ ਕਹਿੰਦੇ ਕਿਸੇ ਤੋਂ ਡਰਨਾ, ਡਰਨਾ ਹੀ ਤੇ ਪਰਮਾਤਮਾ ਤੋਂ, ਦੂਜੇ ਤੋਂ ਨਾ ਡਰ। ਅਸੀਂ ਤਾਂ ਡਰਦੇ ਹੋਏ ਧਰਮ ਵੀ ਛੱਡ ਜਾਂਦੇ ਹਾਂ, ਡਰਦੇ ਹੋਏ ਆਪਣਾ ਦਲ ਵੀ ਬਦਲ ਜਾਂਦੇ ਹਾਂ। ਪਤਾ ਨਹੀਂ ਕੀ ਕੁਝ ਕਰਦੇ ਹਾਂ ਵਿਚਾਰਧਾਰਾ ਵੀ ਇਹ ਮੈਨੂੰ ਕੀ ਆਖੇਗਾ ਜੀ। ਕਈ ਤਾਂ ਡਰਦੇ ਹੋਏ ਕਹਿੰਦੇ ਜੀ ਭੈ ਜਿਹਾ ਲੱਗਦਾ ਅੰਮ੍ਰਿਤ ਤੋਂ, ਔਰ ਉਹ ਮੈਨੂੰ ਫਲਾਨਾ ਕੀ ਕਹੇਗਾ। ਕਈ ਤਾਂ ਅੱਧੇ ਤਾਂ ਐਉਂ ਹੀ ਭਲੇ ਪਾਸੇ ਆਉਣ ਤੋਂ ਹੀ ਡਰੇ ਜਾਂਦੇ। ਡਰਨਾ ਹੈ ਤੇ ਪਾਪਾਂ ਤੋਂ ਡਰ, ਮਾੜੇ ਪਾਸਿਓਂ ਡਰ, ਚੰਗੇ ਪਾਸੇ ਨਾ ਤੂੰ ਨਾ ਡਰ। ਜੇ ਤੇਰੇ ਪੱਲੇ ਗੁਣ ਹੋਏ ਨਾ ਤੇ ਜਿਹੜਾ ਪ੍ਰਭੂ ਆ ਉਹ ਸਰਬ ਵਿਆਪਕ ਗੁਣਾਂ ਦਾ ਮਾਲਕ ਹੈ, ਉਹ ਤੇਰੀ ਰੱਖਿਆ ਕਰੇਗਾ। ਮਹਾਰਾਜ ਕਹਿੰਦੇ ਨਿਰਭਉ ਉਹਦਾ ਗੁਣੀ, ਉਹ ਨਿਰਭਉ ਹੋ ਜਾਂਦਾ, ਡਰਦਾ ਕਿਸੇ ਤੋਂ ਨਹੀਂ। ਇਹ ਨਹੀਂ ਕਹਿੰਦਾ ਕਿ ਫਲਾਨਾ ਆ ਗਿਆ ਉਹਦਾ ਮੈਂ ਉੱਠ ਕੇ ਅਭਿਨੰਦਨ ਕਰੇ ਜਾਵਾਂ, ਕਰਨ ਜਾਵਾਂ ਜੀਓ ਆਇਆ ਕਾਂ, ਤੇ ਦੂਜਾ ਆ ਗਿਆ ਹੈ ਤੇ ਉਹਨੂੰ ਆਖਾਂ ਭਾਜਾ ਇੱਥੋਂ ਤੂੰ ਕੁਛ ਨਹੀਂ ਲੱਗਦਾ। ਉਹਦੀ ਬੇਪਤੀ ਕਰਦਿਆਂ ਉਹਨੂੰ ਮਿਲਾਂ ਨਾ ਤੇ ਇੱਕ ਨੂੰ ਆਪ ਮਿਲਣ ਚੱਲਿਆ ਜਾਵਾਂ। ਮਹਾਰਾਜ ਕਹਿੰਦੇ ਐਸਾ ਨਹੀਂ। ਉਹਦੇ ਲਈ ਰਾਜਾ ਤੇ ਕੰਗਾਲ ਬਰਾਬਰ ਏ। ਔਰ ਮਹਾਰਾਜ ਸਾਹਿਬ ਕਹਿੰਦੇ ਮਾੜੇ ਨੂੰ ਡਰਾਉਂਦਾ ਨਹੀਂ ਤੇ ਤਕੜੇ ਤੋਂ ਉਹ ਡਰਦਾ ਨਹੀਂ। ਕਿਸੇ ਨਾਲ ਉਹ ਵੈਰ ਭਾਵਨਾ ਰੱਖਦਾ ਹੀ ਨਹੀਂ, ਉਹਦੇ ਅੰਦਰ ਵੈਰ ਹੀ ਕੋਈ ਨਹੀਂ। ਨਿਰਵੈਰ ਹੋ। ਅਸੀਂ ਤਾਂ ਪਤਾ ਨਹੀਂ ਕਿੰਨੇ ਕੁ ਵੈਰੀ ਬਣਾਏ ਨੇ। ਸਾਡੇ ਅੰਦਰ 5 ਵੈਰੀ ਵਸਦੇ ਨੇ ਔਰ ਉਹਨਾਂ ਨਾਲ ਝਗੜਾ ਨਹੀਂ ਕੀਤਾ, ਉਹਨਾਂ ਨੂੰ ਮਾਰ ਨਹੀਂ ਸਕੇ। ਉਹਨਾਂ ਵੈਰੀਆਂ ਨੇ ਬਾਹਰ ਵੈਰੀ ਬਣਾ ਦਿੱਤੇ। ਮਹਾਰਾਜ ਕਹਿੰਦੇ ਨਿਰਵੈਰ ਹੋ। ਅਕਾਲ ਮੂਰਤ। ਮਹਾਰਾਜ ਸੱਚੇ ਪਾਤਸ਼ਾਹ ਫਿਰ ਤੁਹਾਨੂੰ ਇਹ ਕਹਿਣ ਦੀ ਕੀ ਲੋੜ ਪਈ, ਇਹ ਗੁਣ ਸਨ। ਮਹਾਰਾਜ ਸਾਹਿਬ ਕਹਿੰਦੇ ਜਿੰਨੇ ਬਣਾਏ ਇੱਕ ਦਿਨ ਸੂਰਜ ਵੀ ਖਤਮ ਹੋ ਜਾਏਗਾ, ਚੰਦ ਖਤਮ ਹੋ ਜਾਏਗਾ। ਮਹਾਰਾਜ ਕਹਿੰਦੇ ਆਜ਼ੂ ਬਤੀਤ ਹੋ ਜਾਏਗੀ, ਸਭ ਕੁਝ ਖਤਮ ਹੋ ਸਕਦਾ ਹੈ। ਔਰ ਮਹਾਰਾਜ ਕਹਿੰਦੇ ਸਮੇਂ ਨੂੰ ਵੀ ਬਣਾਉਣ ਵਾਲਾ ਸਾਰਿਆਂ ਨੂੰ ਸਮਾਂ ਆਪਣੀ ਗ੍ਰਿਫਤ ਵਿੱਚ ਲੈ ਸਕਦਾ ਹੈ, ਮੁਕਾ ਦਿੰਦਾ ਹੈ। ਸਮੇਂ ਦੇ ਵਿੱਚ ਜਨਮ ਹੁੰਦਾ ਹੈ ਨਾ,
ਕਹਿੰਦੇ ਅਜੇ ਸਮਾਂ ਨਹੀਂ ਹੋਇਆ, ਬੱਚੇ ਦਾ ਕੋਈ ਸਮੇਂ ਬਾਅਦ ਜਨਮ ਹੋਵੇਗਾ। ਬੱਚੇ ਜਨਮੇ ਨੂੰ ਕਿੰਨਾ ਸਮਾਂ ਹੋ ਗਿਆ? ਇੰਨਾ ਸਮਾਂ, ਘੰਟਾ ਹੋ ਗਿਆ, ਅੱਧਾ ਘੰਟਾ ਹੋ ਗਿਆ, ਸਮਾਂ ਹੈ ਨਾ ਔਰ ਸਮੇਂ 'ਚ ਮੌਤ ਹੈ। ਔਰ 5 ਮਿੰਟ ਪਹਿਲਾਂ ਹੀ ਇਹਦੇ ਸਵਾਸ ਨਿਕਲੇ। ਸਮੇਂ ਦੇ ਵਿੱਚ ਨਾ, ਸਮੇਂ ਦੇ ਅਧੀਨ ਸਰੀਰ ਨੇ। ਮਹਾਰਾਜ ਸਾਹਿਬ ਕਹਿੰਦੇ ਉਹ ਅਕਾਲ ਹੈ, ਉਹ ਕਾਲ ਹੂੰ ਕੇ ਕਾਲ ਹੈ। ਉਹ ਕਾਲ ਨੂੰ ਬਣਾਉਣ ਵਾਲਾ, ਮੌਤ ਨੂੰ, ਉਹ ਸਮੇਂ ਨੂੰ ਬਣਾਉਣ ਵਾਲਾ, ਇਹ ਉਹਦੇ 'ਤੇ ਪ੍ਰਭਾਵ ਨਹੀਂ ਪਾ ਸਕਦੇ। ਅਕਾਲ ਮਹਾਰਾਜ ਸਾਹਿਬ ਕਹਿੰਦੇ ਉਹ ਹਸਤੀ ਵਾਲਾ ਹੈ, ਬਾਕੀ ਮੂਰਤੀਆਂ ਸਭ ਮਿਟਦੀਆਂ ਹੈ। ਉਹਦੀ ਐਸੀ ਮੂਰਤ ਹੈ ਜਿਹੜੀ ਸੰਸਾਰ ਵਿੱਚ ਮੂਰਤੀਮਾਨ ਆ ਨਾ, ਉਹ ਬਿਨਸ਼ਨਹਾਰ ਹੈ। ਔਰ ਉਹਦੀ ਹਸਤੀ ਜਿਹੜੀ ਆ, ਹੋਂਦ ਜਿਹੜੀ ਪਰਮਾਤਮਾ ਦੀ ਆ, ਉਹਨੂੰ ਸਮਾਂ ਮਿਟਾ ਨਹੀਂ ਸਕਦਾ, ਉਹਨੂੰ ਮੌਤ ਮਿਟਾ ਨਹੀਂ ਸਕਦੀ। ਉਹ ਪਹਿਲਾਂ ਵੀ ਸੀ, ਹੁਣ ਹੈ। ਸਰੀਰ ਰਹੇ ਜਾਂ ਨਾ ਰਹੇ, ਰਾਜ ਰਹੇ ਜਾਂ ਨਾ ਰਹੇ, ਘਰ ਘਾਟ ਰਹੇ ਜਾਂ ਨਾ ਰਹੇ, ਪਰ ਪਰਮਾਤਮਾ ਜ਼ਰੂਰ ਰਹੇਗਾ। ਉਹਨੂੰ ਹਸਤੀ ਨੂੰ, ਹੋਂਦ ਨੂੰ ਕੋਈ ਮਿਟਾ ਨਹੀਂ ਸਕਦਾ ਮਹਾਰਾਜ। ਔਰ ਉਹ ਕਿੰਨਾ ਸਮਾਂ ਰਹਿੰਦਾ? ਆਜ਼ੂਨੀ। ਮਹਾਰਾਜ ਕਹਿੰਦੇ ਉਹ ਜਨਮ ਤੋਂ ਰਹਿਤੇ, ਜਿਹਦਾ ਜਨਮ ਮਿਥਾਂਗੇ ਉਹਦੀ ਮੌਤ ਵੀ ਹੋਵੇਗੀ। ਇੱਕ ਦਿਨ ਮਰਨਾ ਵੀ ਉਹਨੂੰ ਪਏਗਾ। ਤੇ ਜਿਹਦਾ ਜਨਮ ਹੋਵੇਗਾ ਉਹਦੀ ਕੋਈ ਮਾਂ ਵੀ ਹੋਵੇਗੀ, ਕੋਈ ਬਾਪ ਵੀ ਹੋਵੇਗਾ, ਕੋਈ ਅੰਗ ਸਾਕ ਵੀ ਹੋਵੇਗਾ। ਉਹ ਆਜੂਨੀ, ਉਹ ਜੰਮਣ ਮਰਨ ਤੋਂ ਰਹਿ ਤੇ ਇਹ ਜੰਮਣ ਮਰਨਾ ਉਹਨੇ ਬਣਾਇਆ ਹੈ, ਇਹਦੇ ਵਿੱਚੋਂ ਛਟਕਾਰਾ ਉਹਨੇ ਦਿਵਾਣਾ ਹੈ। ਇੱਕ ਅਕਾਲ ਪੁਰਖ ਵਾਹਿਗੁਰੂ ਨੇ, ਦੂਜਾ ਇਹਨਾਂ ਦੇ ਗੇੜ ਚੋਂ ਕੱਢ ਨਹੀਂ ਸਕਦਾ। ਮਹਾਰਾਜ ਸਾਹਿਬ ਕਹਿੰਦੇ ਫਿਰ ਉਹ ਹੈ ਕੈਸਾ? ਮਹਾਰਾਜ ਉਹ ਕਿੱਥੋਂ ਆਇਆ? ਮਹਾਰਾਜ ਕਹਿੰਦੇ ਸਹਿਭੰਗ। ਸਹਿਭੰਗ ਦੇ ਅਰਥ ਨੇ ਉਹ ਸੁਤੇ ਪ੍ਰਕਾਸ਼ ਹੈ। ਉਹਦੀ ਮਾਂ ਨਹੀਂ, ਉਹਦਾ ਬਾਪ ਨਹੀਂ, ਭੈਣ ਨਹੀਂ, ਭਾਈ ਨਹੀਂ, ਅੰਗ ਨਹੀਂ, ਸਾਕ ਨਹੀਂ। ਸਹਿਭੰਗ, ਸੁਤੇ ਪ੍ਰਕਾਸ਼ ਹੈ ਆਪਣੇ ਆਪ ਤੋਂ। ਉਹ ਆਪਣੇ ਆਪ ਤੋਂ ਆ, ਜੋ ਕੁਝ ਬਣਿਆ ਹੈ ਉਸ ਇੱਕ ਤੋਂ ਬਾਅਦ ਬਣਿਆ, ਉਹ ਆਪਣੇ ਆਪ ਪ੍ਰਕਾਸ਼ ਹੈ। ਉਹ ਕੈਸਾ ਹੈ? ਮਹਾਰਾਜ ਕਹਿੰਦੇ ਗੁਰ ਪ੍ਰਸਾਦ। ਗੁਰ ਪ੍ਰਸਾਦ ਦੇ ਅਰਥ ਨੇ ਗੁਰ ਚੇਤਨ ਸਰੂਪ ਹੈ। ਐਸਾ ਇੱਕ ਪਰਮਾਤਮਾ ਜਿਹੜਾ ਹੈ, ਉਹਨੂੰ ਚੇਤੇ ਕਰਨ ਯੋਗ ਹੈ। ਉਹਨੂੰ ਚੇਤੇ ਕਰਿਆ ਕਰੋ, ਯਾਦ ਕਰਿਆ ਕਰੋ, ਜਪਿਆ ਕਰੋ। ਉਹਦੇ ਨਾਲ ਕੀ ਹੋਵੇਗਾ? ਮਹਾਰਾਜ ਕਹਿੰਦੇ ਗੁਰ ਪ੍ਰਸਾਦ। ਔਰ ਗੋ ਪਲਸ ਰੂ, ਗੋ ਮੈਣਾ ਹੁੰਦਾ ਹੈ ਅੰਧਕਾਰ। ਜਦੋਂ ਗੁਰੂ ਗੁਰੂ ਜਪ ਮੀਤ ਹਮਾਰੇ, ਜਦੋਂ ਗੁਰੂ ਗੁਰੂ ਜਪੇਗਾ ਨਾ ਤੇ ਸਜਣਾ ਤੇਰੇ ਅੰਦਰ ਗੋ ਅੰਧਕਾਰ ਜਿਹੜਾ ਹੈ, ਗੁਰੂ ਗੁਰੂ ਜਪੇਗਾ ਤੇ ਰੂਹ, ਤੇਰੀ ਰੂਹ ਦੇ ਅੰਦਰ ਪ੍ਰਕਾਸ਼ ਚਾਨਣਾ ਹੋ ਜਾਵੇਗਾ। ਜਿੱਥੇ ਦਿਲ ਅੰਧਿਆਰੀ ਰਾਤ ਹੈ ਨਾ, ਉੱਥੇ ਚੇਤਨ ਦੇ ਨਾਲ, ਸਿਮਰਨ ਦੇ ਨਾਲ, ਚੇਤੇ ਕਰਨ ਦੇ ਨਾਲ ਪ੍ਰਕਾਸ਼ ਹੋ ਜਾਵੇਗਾ। ਤਾਂ ਹੀ ਸਾਹਿਬ ਕਹਿੰਦੇ ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ, ਗੁਰੂ ਤੋਂ ਬਗੈਰ ਕੁਝ ਨਹੀਂ। ਮਹਾਰਾਜ ਕਹਿੰਦੇ ਗੁਰ ਚੇਤਨ ਸਰੂਪ ਹੈ। ਜੇ ਤੂੰ ਉਹਨੂੰ ਚੇਤੇ ਕਰੇ ਤੇਰਾ ਅਗਿਆਨ ਮਿਟ ਜਾਏਗਾ। ਮਹਾਰਾਜ ਫਿਰ ਕੀ ਹੋਏਗਾ? ਪ੍ਰਸਾਦ ਆਨੰਦ ਸਰੂਪ ਹੈ। ਜਿਹੜੀ ਤੈਨੂੰ ਚਿੰਤਾ ਹੈ ਨਾ, ਦੁੱਖ ਬਣੇ ਨੇ, ਇਹ ਸਾਰੇ ਦੇ ਸਾਰੇ ਮਿਟ ਜਾਣਗੇ। ਔਰ ਅੰਦਰ ਸੁਖ, ਆਨੰਦ, ਖੁਸ਼ੀ ਦਾ ਖੇੜਾ ਪਰਮਾਤਮਾ ਦੇ ਨਾਲ ਪ੍ਰਗਟ ਹੋਇਆ ਆਵੇਗਾ। ਪਰਮਾਤਮਾ ਤੇਰੇ ਤੇ ਕਿਰਪਾ ਕਰ ਦੇਵੇਗਾ, ਅੰਦਰ ਕਿਰਪਾ ਹੋ ਜਾਏਗੀ। ਇਹਨਾਂ ਮਹਾਮੰਗਲ ਕਰਕੇ ਮਹਾਰਾਜ ਸੱਚੀ ਸਰਕਾਰ, ਦੇਨ ਦੁਨੀ ਦੇ ਮਾਲਕ ਕਿਰਪਾ ਕਰਦੇ ਨੇ। ਸਵਈਏ ਸ੍ਰੀ ਮੁਖਬਾਕ ਮਹੱਲਾ ਪੰਜਵਾ। ਇਹ ਸਵਈਏ ਭੱਟਾਂ ਦੇ ਨੇ, ਭੱਟਾਂ ਦੇ ਸੰਗਿਆ ਭੱਟਾਂ ਦੀ ਏ। ਪਹਿਲੇ 21 ਸਵਈਏ ਧੰਨ ਗੁਰੂ ਅਰਜਨ ਦੇਵ ਮਹਾਰਾਜ ਆਪਣੀ ਜ਼ਬਾਨੀ ਪਾਕ ਤੋਂ ਉਚਾਰਦੇ ਨੇ। ਇਹਨਾਂ ਦਾ ਮਜ਼ਮੂਨ ਮੁੱਖ ਸੰਗਿਆ ਜਿਹੜੀ ਆ ਉਹ ਸਵਈਏ ਰੱਖਿਆ ਹੈ। ਵਿੱਚ ਜਾ ਕੇ ਕਵਿਤਾ ਦੀ ਚਾਲ ਵੀ ਆ ਜਾਂਦੀ ਹੈ, ਸੋਰਠੇ ਦੀ ਚਾਲ ਵੀ ਆ ਜਾਂਦੀ, ਦੋਰੇ ਦੀ ਚਾਲ ਵੀ ਆ ਜਾਂਦੀ ਹੈ। ਚਾਲਾਂ ਬਦਲਦੀਆਂ ਨੇ, ਪਰ ਮਹਾਰਾਜ ਨੇ ਔਰ ਮੁੱਖ ਰੂਪ ਅੰਦਰ ਇਹਨਾਂ ਨੂੰ ਸਵਈਏ ਰੂਪ 'ਚ ਕਿਹਾ ਹੈ। ਔਰ ਸੱਚੀ ਸਰਕਾਰ ਨੇ ਔਰ ਆਪਣੇ ਸੁਭਾਏ ਮਾਨ ਮੁਖਾਰ ਬਿਨ ਤੋਂ ਮੁਖ,
और अपने मुख तो सच्ची सरकार गुरु अर्जन देव महाराज ने बाक बाक का अर्थ होंदा है बचन, जो अपने मुख तो सुभाए मन मुख तो श्रेष्ठ मुख तो गुरु अर्जन देव महाराज ने बचन कहे। तो किनवें पातशाह ने कहते महला पंजवा। महला शब्द अरबी दा है जिहदा अर्थ हलूल और हलूना उहदे विच उतर जाना। कहते ये पंजवां महला है। पंजवें पातशाह ने गुरु अर्जन देव महाराज सच्चे पातशाह देन दुनी दे मालिक फिर उन्हां ते कृपा करके भट्टां नूं ये दर्शाउण लगे परमात्मा कैसा है, उहदे गुण किवें गायन करने आ। महाराज कहंदे आद पुरख करतार करन कारण सब आपे। महाराज कहंदे जिहड़ा सब दा आद रूप है, जिहदे तो पहला कोई नहीं सी, जिन्हों गुरु नानक साहब महाराज ने कहा ना आद सच, आद काल चो सच स्वरूप परमात्मा सी और होर कोई नहीं सी। वो पुरख सर्व व्यापक सब दी रक्षा करन वाला वो परमात्मा और सारे व्यापक है। उही जिहड़ा पहला सी हुण है बाद विच रहेगा, वो सर्व व्यापक है। वो करतार, वो करता जिहड़ा है जिन्हों कहा सी ना करता पुरख, पुरख करतार। महाराज साहब कहते ने वो करतार जिहदे कर प्लस तार, जिहदे हत्थां दे विच महाराज साहब कहते जीवां दी रोजी और प्रलभ दे और चेतन सत्ता दी तार पकड़ी हुई हुक्म रूप और जेड़े उहदे हाथ ने उहदे विच जीवां दी जिंद जान है, रोजी रिज के किन्ना चलना की है, उहदे हुक्म दे विच सब कुछ चलदा है। हुक्म है अंदर सब को बाहर हुक्म ना कोई, नानक हुक्म है जे बुझै ता हਉ मैं कहे ना कोई। ओ करतार सारियां नो और सारियां दे ताईं पालण वाला, सारियां दी रोजी रोटी दी तार डोरी जिहदे हत्थ विच पकड़ी है। प्रभ डोरी हाथ तुम्हारे, उहदे हत्थ विच डोरी है जिन्हों महाराज कबीर साहब कहंदे ने कि कबीर कुकर राम को मुतिया मेरो नाओ। मैं रब दे दर दा कुकर कुताया ते परमात्मा ने मेरा नाम मोती रखिया होया है। गले हमारे जेवरी, जिवें कुत्ते दे गल विच जंजीर संगली रस्सी पाई हुंदी है ना, कहंदे ओने हुक्म दी रस्सी पाई आ ते मालिक जिस पासे नूं रस्सी पकड़ के जंजीर पकड़ के लैके जांदा है ते कुत्ता उधरे नूं चला जांदा है। कहंदे मैं रब दे दर दा कुत्ता हां ते रब ने हुक्म रूपी मेरे गल विच जंजीर पाई हुई आ ते जिधर नूं ओहदा हुक्म हुंदा है मैं तो उधरे नूं जाना। गले हमारे जेवरी जै खिंचे तै जाओ करतार। वो करतार अकाल पुरख वैगुरु सर्व व्यापक सारियां दी रक्षा करन वाला। महाराज कहंदे कारण कारण सब आपे। आपां कहने आ कारण बन गया ते मेरी नौकरी लग गई, आ कारण होया बच्चे दा जन्म हो गया, आ कारण होया ते फलाने दी मौत हो गई, आ कारण होया ते फलाने नूं घाटा पै गया शायद ना ही पैंदा। महाराज कहंदे सजना कारण करते वस है जिन कल रखी धार। जिन्ने कारण ने अकाल पुरख वैगुरु दे हथ विच ने, तू उन्हां नूं परमात्मा नूं जप। जिन्ने कारण जन्म दे रोजी दे और खुशहाली दे बंदे है ना, वो भी परमात्मा दे हथ विच है। ते जिन्ने मृत्यु दे भै दे घाटे दे बंदे ने वो भी परमात्मा दे हथ विच है। हे मेरे दातार प्रभु, ऐसा जेड़ा आद अकाल पुरख वैगुरु सर्व व्यापक है। धन गुरु अर्जन देव महाराज साहब कहंदे वो सारे कारणां दे करन वाला है। जिन्ने कारण है ना उन्हां दा करता है, उन्हां नूं बनाउण वाला है। परमात्मा दे हुक्म तो बगैर तां पता नहीं झुलदा ते परमात्मा दे हुक्म तो बगैर बैठिया आके वो तो इट डिग के किवें सिर च वज गई बई। उहदा हुक्म नहीं सी और उहदे हुक्म दी उलंघना हो गई।
ਘਰੇ ਬੈਠੇ ਸਾਂ, ਬੈਠਿਆਂ ਬੈਠਿਆਂ ਮੌਤ ਹੋ ਗਈ। ਆਂਦੇ ਆ ਚੰਗਾ ਭਲਾ ਸੀ, ਉਹ ਮੌਤ ਉਹਦੇ ਹੁਕਮ ਵਿੱਚ ਆ, ਉਹ ਕਿਵੇਂ ਆ ਗਈ? ਉਹਦਾ ਹੁਕਮ ਨਾ ਹੋਵੇ ਤੇ ਯਾਦ ਰੱਖਣਾ, ਬਾਹਰਲਾ ਸਾਹ ਬਾਹਰ ਰਹਿ ਜਾਂਦਾ ਹੈ ਤੇ ਅੰਦਰਲਾ ਅੰਦਰ। ਜੋ ਕਾਰਨ ਬਣਾਉਣਾ ਹੈ ਉਹ ਪਰਮਾਤਮਾ ਕਾਰਨਾਂ ਸਾਰਿਆਂ ਦੇ ਕਰਨ ਵਾਲਾ, ਉਹਨਾਂ ਦਾ ਕਰਤਾ ਬਣਾਉਣ ਵਾਲਾ ਹੈ। ਔਰ ਮਹਾਰਾਜ ਸਾਹਿਬ ਕਹਿੰਦੇ ਸਭ ਆਪੇ, ਮਹਾਰਾਜ ਸਾਰੀਆਂ ਜਗ੍ਹਾ ਤੇ ਤੂੰ ਆਪੇ ਆਪ ਹੀ ਰਮਿਆ ਹੋਇਆ, ਆਦਿ ਕਾਲ ਵਿੱਚ ਵੀ, ਭੂਤ ਕਾਲ ਵਿੱਚ ਵੀ, ਐਵੇਂ ਇਹਨੂੰ ਸਮਝ ਲਓ, ਵਰਤਮਾਨ ਵਿੱਚ ਵੀ ਤੇ ਮਹਾਰਾਜ ਔਰ ਭਵਿੱਖ ਦੇ ਵਿੱਚ ਵੀ। ਸੱਚੀ ਸਰਕਾਰ ਸਾਰੇ ਤੂੰ ਹੀ ਰਮਿਆ ਹੋਇਆ ਹੈ, ਤੇਰੇ ਬਗੈਰ ਕੋਈ ਦੂਜਾ ਹੈ ਹੀ ਨਹੀਂ ਜਿਹੜਾ ਆ ਕੇ ਦਿਖਾਈ ਦੇ ਸਕੇ। ਮਹਾਰਾਜ ਸੱਚੀ ਸਰਕਾਰ ਕਹਿੰਦੇ ਹੋ ਸਾਰੇ ਕਾਰਨਾਂ ਦਾ ਕਰਤਾ ਹੈ। ਐਸੇ ਕਰਤੇ, ਐਸੇ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਜਪੀਏ, ਉਹਦੇ ਨਾਲ ਜੁੜੀਏ। ਇੰਨੀ ਕੁ ਵਿਚਾਰ ਅੱਜ ਆਪ ਸੰਗਤ ਨੇ ਔਰ ਪ੍ਰਵਾਨ ਕਰਨੀ, ਕਿਉਂਕਿ ਸਮੇਂ ਦੀ ਸੋਈ ਟਿਕਾਣੇ ਤੇ ਆ ਗਈ ਹੈ। ਆਪਾਂ ਨੇ ਔਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਕਿਰਪਾ ਕਰਦੇ, ਇਸ ਸਵਈਆਂ ਦੀ ਲੜੀਵਾਰ ਕਥਾ ਨੂੰ ਆਪਾਂ ਅੱਗੇ ਤੁਸ਼ ਬੁੱਧੀ ਦੇ ਨਾਲ, ਸੌਖੇ ਜੇ ਢੰਗ ਦੇ ਨਾਲ ਜਿਹੜਾ ਹੈ, ਔਰ ਸਤਿਗੁਰੂ ਮਹਾਰਾਜ ਕਿਰਪਾ ਕਰਨ, ਕਿਉਂਕਿ ਸਾਰਿਆਂ ਦੀ ਗੱਲ ਸਮਝ ਵਿੱਚ ਆਉਂਦੀ ਜਾਏ। ਯਤਨ ਇਹ ਸੁਖਾਲੇ ਜੇ ਢੰਗ ਨਾਲ ਆਪਾਂ ਇਹਨੂੰ ਪੜ੍ਹਦੇ ਸੁਣਦੇ ਜਾਣਾ ਹੈ। ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਨ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ। ਆਪ ਗੁਰੂ ਕੀ ਸੰਗਤ, ਸਤਿਗੁਰੂ ਬਖਸ਼ਣਹਾਰੋਂ ਅੱਗੇ ਤੋਂ ਸ੍ਰੇਸ਼ਟ ਮਤ ਬੁੱਧੀ ਬਖਸ਼ ਕਰਨੀ। ਕੱਲ ਤੋਂ ਕੱਲ ਨੂੰ ਆਪਾਂ ਇੱਥੋਂ ਹੀ ਆਦਿ ਪੁਰਖ ਕਰਤਾਰ ਕਰਨ ਸਭ ਆਪੇ, ਇੱਥੋਂ ਹੀ ਵਿਚਾਰ ਅੱਗੇ ਆਰੰਭਣ ਦਾ ਯਤਨ ਕਰਾਂਗੇ। ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਬੁਲਾਉਂਦੇ ਨੇ, ਕਿਰਪਾ ਕਰਦੇ, ਜਿੰਨੀ ਕੁ ਮਤ ਬੁੱਧ ਬਖਸ਼ ਕੇ ਆਪਣੇ ਧੁਰ ਦਰਗਾਹੀ ਬਚਨਾਂ ਦੀ ਆਪ ਵਿਚਾਰ ਕਰਾਉਂਦੇ ਨੇ। ਕੋਈ ਵੀ ਬਾਣੀ ਦੀ ਵਿਚਾਰ ਕਰ ਨਹੀਂ ਸਕਦਾ ਜਿੰਨੀ ਕਿ ਸਤਿਗੁਰੂ ਕਿਸੇ ਵਿਦਵਾਨ ਨੂੰ, ਕਿਸੇ ਬੁਲਾਰੇ ਨੂੰ ਸੂਝ ਦਿੰਦੇ ਨੇ, ਉਹਦੇ ਮੁਤਲਕ ਉਹ ਬੋਲਦਾ। ਜਿਉਂ ਬੁਲਾਵੇ ਕਿਉਂ ਬੋਲੇ ਸੁਆਮੀ, ਕੁਦਰਤ ਕਵਣ ਹਮਾਰੀ, ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਇੰਨੀਆਂ ਕੋ ਬੇਨਤੀਆਂ ਪ੍ਰਵਾਨ ਹੋਈਆਂ, ਭੁੱਲਾਂ ਚੁੱਕਾਂ ਦੀ ਖਿਮਾ। ਅਰਦਾਸ ਅੰਦਰ ਸ਼ਾਮਲ ਹੋਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।